ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸੰਗਤ ਜੀ, ਅੱਜ ਅਸੀਂ ਆਪ ਜੀ ਦੇ ਨਾਲ ਤਾਰਾ ਰਾਣੀ ਦੀ ਸਾਖੀ ਸਾਂਝੀ ਕਰਨੀ ਜਾ ਰਹੇ ਹਾਂ। ਆਪ ਜੀ ਨੇ ਧਿਆਨ ਦੇਣਾ। ਤਾਰਾ ਰਾਣੀ ਰਾਜੇ ਹਰੀਸ਼ ਚੰਦਰ ਜੀ ਦੀ ਮਹਾਰਾਣੀ ਸੀ। ਪਰ ਇਹ ਮਹਾਰਾਣੀ ਕਿਵੇਂ ਬਣੀ, ਇਹ ਵੀ ਇੱਕ ਅਜੀਬ ਵਾਰਤਾ ਹੈ। ਇਹ ਦੁੱਧ ਵੇਚਣ ਵਾਲੇ ਗਵਾਲੇ ਦੀ ਲੜਕੀ ਮਹਾਰਾਣੀ ਕਿਵੇਂ ਬਣ ਗਈ? ਇਹ ਸੰਤਾਂ ਦੀ ਸੰਗਤ ਤੇ ਸੱਚ ਦੇ ਪ੍ਰਤਾਪ ਦਾ ਨਤੀਜਾ ਸੀ। ਦੱਸਦੇ ਹਨ ਕਿ ਰਾਜਾ ਹਰੀਸ਼ ਚੰਦਰ ਹਰ ਰੋਜ਼ ਹੀ ਕਿਸੇ ਨਾ ਕਿਸੇ ਵੇਲੇ ਭੇਸ ਬਦਲ ਕੇ ਆਪਣੀ ਪ੍ਰਜਾ ਦਾ ਹਾਲ ਜਾਣਨ ਲਈ ਇੱਧਰ ਉੱਧਰ ਨਿਕਲ ਜਾਇਆ ਕਰਦੇ ਸਨ। ਇੱਕ ਦਿਨ ਰਾਜਾ ਹਰੀਸ਼ ਚੰਦਰ ਬਾਜ਼ਾਰ ਵਿੱਚੋਂ ਲੰਘਦਾ ਗਵਾਲਿਆਂ ਦੇ ਮੁਹੱਲੇ ਵਿੱਚੋਂ ਲੰਘ ਰਿਹਾ ਸੀ ਕਿ ਇਸ ਲੜਕੀ ਦੇ ਰੋਣ ਦੀ ਆਵਾਜ਼ ਉਸਦੇ ਕੰਨੀ ਪਈ। ਲੜਕੀ ਰੋਂਦੇ ਰੋਂਦੇ ਆਪਣੇ ਪਿਤਾ ਨੂੰ ਕਹਿ ਰਹੀ ਸੀ, ਪਿਤਾ ਜੀ, ਮੈਂ ਦੁੱਧ ਵਿੱਚ ਪਾਣੀ ਨਹੀਂ ਪਾਵਾਂਗੀ, ਭਾਵੇਂ ਤੁਸੀਂ ਕਿੰਨਾ ਕਹੋ ਤੇ ਮਾਰ ਕੁੱਟ ਲਵੋ। ਪਰ ਕਿਉਂ? ਤੈਨੂੰ ਇਹ ਫਿਕਰ ਨਹੀਂ ਕਿ ਗੁਜ਼ਾਰਾ ਕਿਵੇਂ ਚੱਲੇਗਾ? ਕੱਲ ਨੂੰ ਤੇਰਾ ਵਿਆਹ ਕਰਨਾ ਹੈ ਤਾਂ ਪੈਸੇ ਦੀ ਲੋੜ ਹੈ, ਪਰ ਤੂੰ ਖੌਰੇ ਕੀ ਖਿਆਲ ਕਰੀ ਬੈਠੀ ਹੈ? ਪਿਤਾ ਜੀ, ਤੁਸੀਂ ਨਹੀਂ ਸਮਝਦੇ ਕਿ ਇਹ ਕਰਨਾ ਪਾਪ ਹੈ। ਇਹ ਝੂਠ ਹੈ ਤੇ ਝੂਠ ਬੋਲਣਾ ਪਾਪ ਹੈ। ਮੈਂ ਕੱਲ ਹੋ ਰਹੇ ਸੰਤ ਸਮਾਗਮ ਵਿੱਚ ਗਈ ਸੀ ਤਾਂ ਉੱਥੇ ਸੰਤ ਜੀ ਆਖ ਰਹੇ ਸਨ ਕਿ ਝੂਠ ਬੋਲਣਾ ਪਾਪ ਹੈ ਤੇ ਸੱਚ ਬੋਲਣਾ ਪੁੰਨ ਹੈ। ਇਹ ਗੱਲ ਸੁਣ ਕੇ ਮੈਂ ਸੰਤਾਂ ਨੂੰ ਪੁੱਛਿਆ ਸੀ ਕਿ ਸੱਚ ਕਿਵੇਂ ਬੋਲਾਂ ਤੇ ਝੂਠ ਤੋਂ ਕਿਵੇਂ ਬਚਾਂ। ਸੰਤਾਂ ਨੇ ਮੇਰੀ ਗੱਲ ਸੁਣ ਕੇ ਮੈਨੂੰ ਪੁੱਛਿਆ ਸੀ, ਪੁੱਤਰੀ, ਤੁਸੀਂ ਕੀ ਕੰਮ ਕਰਦੇ ਹੋ? ਮੈਂ ਕਿਹਾ ਸੀ, ਅਸੀਂ ਗਵਾਲੇ ਹਾਂ ਤੇ ਦੁੱਧ ਵੇਚਣ ਦਾ ਕੰਮ ਕਰਦੇ ਹਾਂ। ਮੇਰੀ ਗੱਲ ਸੁਣ ਕੇ ਉਹਨਾਂ ਕਿਹਾ, ਪੁੱਤਰੀ, ਜੇ ਤੁਸੀਂ ਨਿਰੋਲ ਦੁੱਧ ਹੀ ਵੇਚੋਗੇ ਤਾਂ ਇਹ ਸੱਚ ਬੋਲਣਾ ਹੈ, ਤੇ ਜੇ ਦੁੱਧ ਵਿੱਚ ਪਾਣੀ ਪਾ ਕੇ ਲੋਕਾਂ ਨੂੰ ਇਹ ਕਹਿ ਕੇ ਵੇਚੇਂਗੀ ਕਿ ਇਹ ਦੁੱਧ ਚੰਗਾ ਹੈ, ਬਿਲਕੁਲ ਠੀਕ ਹੈ, ਤਾਂ ਇਸ ਵਰਗਾ ਝੂਠ ਤੇ ਪਾਪ ਹੋਰ ਕੋਈ ਨਹੀਂ। ਸੋ ਪਿਤਾ ਜੀ, ਮੈਂ ਦੁੱਧ ਵਿੱਚ ਪਾਣੀ ਨਹੀਂ ਪਾਉਣਾ, ਝੂਠ ਨਹੀਂ ਬੋਲਣਾ। ਇਸ ਗੱਲ ਦਾ ਮੈਂ ਦ੍ਰਿੜ ਇਰਾਦਾ ਧਾਰ ਲਿਆ ਹੈ, ਭਾਵੇਂ ਤੁਸੀਂ ਜਾਨੋਂ ਵੀ ਮਾਰ ਦਿਓ। ਪਿਓ ਦੀ ਧੀਆਂ ਇਹ ਗੱਲਾਂ ਕੋਲ ਹੀ ਬਾਰ-ਬਾਰ ਖੜੇ ਹਰੀਸ਼ ਚੰਦਰ ਨੇ ਸੁਣੀਆਂ ਤਾਂ ਸੋਚਣ ਲੱਗੇ ਕਿ ਧੰਨ ਹੈ ਇਹ ਲੜਕੀ, ਜਿਸ ਦਾ ਸੱਚ ਨਾਲ ਇੰਨਾ ਪਿਆਰ ਹੈ। ਮੇਰੀਆਂ ਇੰਨੀਆਂ ਰਾਣੀਆਂ ਹਨ, ਪਰ ਕਿਸੇ ਦਾ ਸੱਚ ਨਾਲ ਪਿਆਰ ਨਹੀਂ। ਕਿਸੇ ਦਾ ਖਾਣ ਨਾਲ, ਕਿਸੇ ਦਾ ਕੱਪੜੇ ਨਾਲ, ਕਿਸੇ ਦਾ ਗਹਿਣੇ ਨਾਲ, ਤੇ ਬਹੁਤੀਆਂ ਦਾ ਧਿਆਨ ਤਾਂ ਇਸੇ ਪਾਸੇ ਹੀ ਲੱਗਾ ਰਹਿੰਦਾ ਹੈ ਕਿ ਕਿਸੇ ਤਰ੍ਹਾਂ ਪਟਰਾਣੀ ਮੈਂ ਬਣ ਜਾਵਾਂ। ਪਰ ਜੀਵਨ ਦਾ ਸੁੱਚਾ ਗਹਿਣਾ ਸੱਚ, ਇਸ ਦੀ ਕਿਸੇ ਨੂੰ ਵੀ ਲਾਲਸਾ ਨਹੀਂ, ਨਾ ਖਿਆਲ ਹੀ ਹੈ। ਬਾਹਰ ਖਲੋਤੇ ਰਾਜੇ ਨੂੰ ਇਹ ਵਿਚਾਰ ਆ ਰਹੇ ਸਨ ਕਿ ਝੱਟ ਹੀ ਇਹ ਖਿਆਲ ਉਸ ਨੂੰ ਆ ਗਿਆ ਕਿ ਹੋਵੇ ਨਾ ਤਾਂ ਇਸ ਲੜਕੀ ਨੂੰ ਮੈਂ ਆਪਣੀ ਰਾਣੀ ਬਣਾ ਲਵਾਂ।
ਇਹ ਵਿਚਾਰਦਾ ਉਹ ਉੱਥੋਂ ਅੱਗੇ ਤੁਰ ਪਿਆ। ਸੋ ਉਸ ਤੋਂ ਦੂਜੇ ਤੀਜੇ ਦਿਨ ਉਸਨੇ ਉਸ ਲੜਕੀ ਨੂੰ ਉਸ ਦੇ ਪਿਤਾ ਦੀ ਆਗਿਆ ਨਾਲ ਮਹਿਲਾਂ ਵਿੱਚ ਬੁਲਾਇਆ ਤੇ ਕਿਹਾ ਕਿ ਅੱਜ ਤੋਂ ਤੂੰ ਮੇਰੀ ਰਾਣੀ ਹੈ। ਲੜਕੀ ਕਹਿਣ ਲੱਗੀ, ਰਾਜਨ, ਮੈਂ ਅਨਪੜ੍ਹ, ਮੈਂ ਗਰੀਬ ਤੇ ਅਨਾਥ ਲੜਕੀ ਤੇ ਇਸ ਪਦ ਦੇ ਯੋਧ ਨਹੀਂ। ਆਪ ਐਸਾ ਕਿਉਂ ਕਰ ਰਹੇ ਹੋ? ਰਾਜੇ ਨੇ ਕਿਹਾ, ਤੂੰ ਗਰੀਬਣੀ ਹੈ, ਅਨਾਥ ਹੈ ਜਾਂ ਅਨਪੜ੍ਹ ਹੈ ਤਾਂ ਕੀ ਹੋਇਆ? ਮੈਂ ਤਾਂ ਗਰੀਬ ਨਹੀਂ, ਤੈਨੂੰ ਜਦ ਰਾਣੀ ਬਣਾਉਣਾ ਮੰਨ ਰਿਹਾ ਹਾਂ ਤਾਂ ਹੋਰ ਤੈਨੂੰ ਕੌਣ ਰੋਕ ਸਕਦਾ ਹੈ? ਤਾਰਾ ਮੰਨ ਗਈ ਤੇ ਉਹ ਰਾਣੀ ਬਣ ਗਈ। ਫਿਰ ਉਸਨੇ ਰਾਜੇ ਤੋਂ ਇੱਕ ਮੰਗ ਮੰਗੀ ਕਿ ਮੈਂ ਸੰਤਾਂ ਦੇ ਸਥਾਨ ਤੇ ਜਾ ਕੇ ਕਥਾ ਤੇ ਕੀਰਤਨ ਸੁਣਿਆ ਕਰਦੀ ਹਾਂ, ਇਹ ਚੀਜ਼ ਮੈਥੋਂ ਨਾ ਖੋਹੀ ਜਾਵੇ। ਮੈਨੂੰ ਕਥਾ ਤੇ ਕੀਰਤਨ ਸੁਣਨ ਦਾ ਅਵਸਰ ਜ਼ਰੂਰ ਦਿੱਤਾ ਜਾਵੇ। ਰਾਜਾ ਮੰਨ ਗਿਆ। ਮਹਿਲਾਂ ਦੀ ਹੱਦ ਅੰਦਰ ਹੀ ਉਸਨੇ ਸੰਤਾਂ ਨੂੰ ਇੱਕ ਅਸਥਾਨ ਦੇ ਦਿੱਤਾ। ਉੱਥੇ ਹੀ ਭਜਨ ਕੀਰਤਨ ਹੋਣ ਲੱਗ ਪਿਆ। ਅੱਗੇ ਤੜਕੇ ਉਹ ਇਸ ਸਤਸੰਗ ਵਿੱਚ ਜਾਇਆ ਕਰਦੀ ਸੀ, ਪਰ ਹੁਣ ਅੱਧੀ ਰਾਤ ਨੂੰ ਜਾਣ ਦਾ ਪ੍ਰੋਗਰਾਮ ਉਸਨੇ ਬਣਾ ਲਿਆ ਤੇ ਸੰਤਾਂ ਨੂੰ ਕਹਿ ਕੇ ਇਹ ਪ੍ਰੋਗਰਾਮ ਹੀ ਰਾਤ ਵੇਲੇ ਦਾ ਕਰ ਦਿੱਤਾ, ਕਿਉਂਕਿ ਦਿਨ ਵੇਲੇ ਰਾਜ ਮਹਿਲਾਂ ਵਿੱਚ ਨੌਕਰਾਂ ਚਾਕਰਾਂ ਦੀ ਭੀੜ ਤੇ ਹੋਰ ਕੰਮਾਂ ਕਾਜਾਂ ਕਰਕੇ ਮਨ ਟਿਕਦਾ ਨਹੀਂ ਸੀ। ਸੋ ਇਉਂ ਤਾਰਾ ਰਾਣੀ ਰੋਜ਼ ਹੀ ਰਾਤ ਵੇਲੇ ਨੇਮ ਨਾਲ ਸਤਸੰਗ ਵਿੱਚ ਜਾਣ ਲੱਗ ਪਈ। ਰਾਣੀ ਰਾਤ ਨੂੰ ਜਦ ਰਾਜਾ ਸੌਂ ਜਾਇਆ ਕਰਦਾ ਸੀ ਤਾਂ ਚੁਪੀਤੇ ਹੀ ਉੱਠ ਕੇ ਤੁਰ ਜਾਂਦੀ ਸੀ। ਇੱਕ ਦਿਨ ਰਾਜੇ ਦੀ ਰਾਤ ਵੇਲੇ ਅੱਖ ਖੁੱਲੀ ਤਾਂ ਉਸਨੇ ਰਾਣੀ ਦਾ ਮੰਜਾ ਖਾਲੀ ਵੇਖਿਆ। ਖਿਆਲ ਕੀਤਾ ਕਿਤੇ ਇੱਧਰ ਉੱਧਰ ਉੱਠ ਕੇ ਗਈ ਹੋਵੇਗੀ ਤੇ ਵੇਖਦਾ ਰਿਹਾ, ਪਰ ਉਸਨੇ ਵੇਖਿਆ ਕਿ ਰਾਣੀ ਕਾਫੀ ਦੇਰ ਬਾਅਦ ਆ ਕੇ ਚੁੱਪ ਕਰਕੇ ਆਪਣੇ ਪਲੰਘ ਤੇ ਸੌਂ ਗਈ ਹੈ। ਰਾਜਾ ਰਾਣੀ ਦੇ ਇਸ ਕਰਤੱਵ ਤੇ ਬੜਾ ਹੈਰਾਨ ਹੋਇਆ ਤੇ ਸ਼ੰਕੇ ਤੇ ਸ਼ੰਕਾ ਉਸਦੇ ਮਨ ਵਿੱਚ ਆ ਕੇ ਜਾ ਰਹੀ ਸੀ ਕਿ ਇਹ ਪਤੀਵਰਤਾ ਦੀ ਦਾਅਵੇਦਾਰ ਰਾਣੀ ਨੇ ਕੀ ਕਰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਉਸ ਵੇਲੇ ਧਰਮੀ ਰਾਜੇ ਨੇ ਕੁਝ ਨਹੀਂ ਕਿਹਾ। ਉਸਨੇ ਸੋਚਿਆ ਕਿ ਵੇਖੇ ਤੋਂ ਬਿਨਾਂ ਕੁਝ ਨਹੀਂ ਕਹਿਣਾ ਚਾਹੀਦਾ ਤੇ ਵੇਖਣਾ ਚਾਹੀਦਾ ਹੈ ਕਿ ਇਹ ਕਿੱਥੇ ਜਾਂਦੀ ਹੈ। ਇਹ ਸਲਾਹ ਕਰਕੇ ਰਾਜਾ ਉਸ ਰਾਤ ਸੌਂ ਗਿਆ। ਦੂਜੀ ਰਾਤ ਨੂੰ ਉਹ ਜਾਗਦਾ ਰਿਹਾ, ਪਰ ਮਚਲ ਮਾਰ ਕੇ ਸੌਂ ਗਿਆ। ਰਾਣੀ ਨੇ ਰਾਜੇ ਨੂੰ ਸੁੱਤਾ ਦੇਖ ਕੇ ਆਪਣੇ ਨਿਤ ਕਰਮ ਅਨੁਸਾਰ ਉੱਠ ਕੇ ਤਿਆਰੀ ਕੀਤੀ ਤੇ ਹੌਲੀ ਹੌਲੀ ਸੰਤਾਂ ਦੀ ਸੰਗਤ ਵੱਲ ਤੁਰ ਪਈ। ਪਿੱਛੋਂ ਉਸੇ ਵੇਲੇ ਹੀ ਰਾਜਾ ਵੀ ਉੱਠ ਬੈਠਾ ਤੇ ਦੱਬੇ ਪੈਰੀ ਰਾਣੀ ਦੇ ਪਿੱਛੇ ਲੱਗ ਗਿਆ। ਰਾਣੀ ਨੇ ਸਾਧ ਸੰਗਤ ਦੇ ਬੂਹੇ ਅੱਗੇ ਜਾ ਕੇ ਖੜਾਵਾਂ ਲਾਈਆਂ ਤੇ ਅੰਦਰ ਸੰਗਤ ਵਿੱਚ ਜਾ ਬੈਠੀ ਤੇ ਰਾਜਾ ਬਾਹਰੋਂ ਇਹ ਉਸ ਨੂੰ ਪਤਾ ਲੱਗ ਗਿਆ ਕਿ ਇਹ ਸੰਤਾਂ ਦਾ ਭਜਨ ਸਥਾਨ ਹੈ, ਪਰ ਰਾਣੀ ਇਸ ਤਰ੍ਹਾਂ ਕੱਲੀ ਕਿਉਂ ਆਉਂਦੀ ਹੈ। ਇਸ ਗੱਲ ਦਾ ਉਸ ਨੂੰ ਬੜਾ ਗੁੱਸਾ ਆਇਆ ਕਿ ਅੱਛਾ, ਸਵੇਰੇ ਹੁਣ ਚੰਗੀ ਤਰ੍ਹਾਂ ਇਸ ਗੱਲ ਦਾ ਨਿਬੇੜਾ ਕਰਾਂਗੇ। ਇਹ ਸੋਚ ਕੇ ਇੱਕ ਖੜਾਮ ਰਾਣੀ ਦੀ ਚੁੱਕ ਲਈ ਤੇ ਘਰ ਨੂੰ ਮੁੜ ਆਇਆ। ਰਾਣੀ ਜਦ ਕਥਾ ਦੇ ਭੋਗ ਮਗਰੋਂ ਬਾਹਰ ਨਿਕਲੀ ਤਾਂ ਇੱਕ ਖੜਾਮ ਨਾ ਵੇਖ ਕੇ ਘਬਰਾਈ। ਝਟ ਕਥਾਵਾਚਕ ਸੰਤਾਂ ਅੱਗੇ ਬੇਨਤੀ ਕੀਤੀ ਕਿ ਅੱਜ ਬੜੀ ਮਾੜੀ ਗੱਲ ਹੋ ਗਈ ਹੈ। ਮੇਰੀ ਖੜਾਮ ਸ਼ਾਇਦ ਰਾਜਾ ਹੀ ਚੁੱਕ ਕੇ ਲੈ ਗਿਆ ਹੈ, ਕਿਉਂਕਿ ਮੈਂ ਉਹਨਾਂ ਤੋਂ ਚੋਰੀ ਆਉਂਦੀ ਸਾਂ ਤੇ ਉਹਨਾਂ ਨੂੰ ਜ਼ਰੂਰ ਮੇਰੇ ਇਸ ਤਰ੍ਹਾਂ ਆਉਣ ਤੇ ਮੇਰੇ ਪਤੀ ਵਰਤ ਧਰਮ ਤੇ ਸ਼ੱਕ ਹੋਇਆ ਹੋਵੇਗਾ। ਸੋ ਮੇਰੀ ਖੜਾਮ ਨਾ ਹੋਣ ਤੇ ਪਤਾ ਨਹੀਂ ਉਹ ਮੈਨੂੰ ਕੀ ਸਜ਼ਾ ਦੇਣ। ਇਸ ਲਈ ਸਾਰੀ ਸੰਗਤ ਮੇਰੀ ਖੜਾਮ ਲਈ ਪ੍ਰਭੂ ਅੱਗੇ ਅਰਦਾਸ ਕਰੇ। ਰਾਣੀ ਦੀ ਬੇਨਤੀ ਸੁਣ ਕੇ ਪ੍ਰਭੂ ਨਾਲ ਜੁੜੇ ਹੋਏ ਸੰਤਾਂ ਦਾ ਮਨ
ਦਰਵ ਗਿਆ। ਉਹਨਾਂ ਨੂੰ ਭਗਤਣੀ ਤੇ ਪਤੀ ਵਰਤਾ ਤਾਰਾ ਰਾਣੀ ਦਾ ਭਵਿੱਖ ਖਤਰੇ ਵਿੱਚ ਪਿਆ ਨਜ਼ਰ ਆਇਆ। ਸੋ ਉਹ ਉਸੇ ਵੇਲੇ ਸਾਰੀ ਸੰਗਤ ਸਮੇਤ ਖੜੇ ਹੋ ਗਏ। ਇਹ ਕੋਈ ਐਵੇਂ ਹੀ ਸੰਗਤ ਨਹੀਂ ਸੀ। ਪ੍ਰਭੂ ਭਗਤੀ ਵਿੱਚ ਰਸ ਲੈਣ ਵਾਲੀ ਸੰਗਤ ਸੀ। ਸੋ ਸਾਰੀ ਸੰਗਤ ਖੜੀ ਹੋ ਗਈ ਤੇ ਹੱਥ ਜੋੜ ਕੇ ਪ੍ਰਭੂ ਪਰਮੇਸ਼ਰ ਅੱਗੇ ਅਰਦਾਸ ਕੀਤੀ ਗਈ ਕਿ ਰਾਣੀ ਦੀ ਆਪ ਪੈਜ ਰੱਖੋ। ਇਹ ਤੁਹਾਡੀ ਕਥਾ, ਤੁਹਾਡੇ ਚਰਿੱਤਰ ਤੇ ਤੁਹਾਡੀ ਮਹਿਮਾ ਸੁਣਨ ਲਈ ਰਾਤ ਵੇਲੇ ਉਦਮ ਕਰਕੇ ਸਾਧੂ ਸੰਗਤ ਵਿੱਚ ਆਉਂਦੀ ਹੈ, ਤੇ ਸਾਧ ਸੰਗਤ ਵਿੱਚ ਆਉਣ ਕਰਕੇ ਇਸ ਦੇ ਜੀਵਨ ਤੇ ਕੋਈ ਧੱਬਾ ਨਹੀਂ ਲੱਗਣਾ ਚਾਹੀਦਾ। ਸੋ ਹੇ ਪ੍ਰਭੂ, ਕਿਰਪਾ ਕਰੋ, ਇਸ ਦੀ ਖੜਾਮ ਨਾਲ ਦੂਜੀ ਖੜਾਮ ਮੇਲ ਦਿਓ। ਸਾਧ ਸੰਗਤ ਦੀ ਅਰਦਾਸ ਕਬੂਲ ਹੋਈ। ਖੜਾਮ ਦੇ ਨਾਲ ਬਿਲਕੁਲ ਉਸੇ ਖੜਾਮ ਵਰਗੀ ਜੋੜੀ ਆਣ ਜੁੜੀ। ਸਭ ਦੇ ਮਨ ਹਰਖਾ ਗਏ। ਰਾਣੀ ਬੜੀ ਖੁਸ਼ੀ ਪ੍ਰਭੂ ਦਾ ਧੰਨਵਾਦ ਕਰਦੀ ਹੋਈ ਵਾਪਸ ਘਰ ਨੂੰ ਮੁੜ ਆਈ। ਦਿਨ ਚੜੇ ਰਾਜਾ ਹਰੀ ਚੰਦ ਨੇ ਰਾਣੀ ਦੇ ਮੰਜੇ ਵੱਲ ਝਾਤ ਮਾਰੀ ਤਾਂ ਉਹ ਵੇਖ ਕੇ ਹੈਰਾਨ ਹੋ ਗਿਆ ਕਿ ਉੱਥੇ ਰਾਣੀ ਦੀਆਂ ਦੋਵੇਂ ਖੜਾਵਾਂ ਪਈਆਂ ਹਨ। ਮਨ ਵਿੱਚ ਕਹਿਣ ਲੱਗਾ, ਇੱਕ ਤਾਂ ਮੈਂ ਰਾਤੀ ਚੁੱਕ ਲਿਆਇਆ ਸਾਂ, ਹੈ ਇੱਕ ਉੱਥੇ ਪਈ ਸੀ, ਪਰ ਹੁਣ ਇਹ ਦੂਜੀ ਫਿਰ ਇਸ ਨੇ ਕਿੱਥੋਂ ਲੈ ਲਈ ਹੈ। ਝਟਾਪਟ ਉੱਠਿਆ ਤੇ ਉਸਨੇ ਰਾਤ ਵਾਲੀ ਖੜਾਮ ਜਿੱਥੇ ਰੱਖੀ ਸੀ ਉਹ ਵੇਖਣ ਗਿਆ ਕਿ ਰਾਣੀ ਨੇ ਕਿਤੇ ਉੱਥੋਂ ਤਾਂ ਨਹੀਂ ਚੁੱਕ ਲਈ। ਪਰ ਹੁਣ ਉਸਦੀ ਅਸਚਰਜਤਾ ਦੀ ਕੋਈ ਹੱਦ ਨਾ ਰਹੀ ਜਦ ਉਸਨੇ ਉਹ ਖੜਾਮ ਵੀ ਉੱਥੇ ਪਈ ਵੇਖੀ। ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਲਿਖਦੇ ਹਨ, ਸੁਖ ਰਾਜੇ ਹਰੀ ਚੰਦ ਘਰ, ਨਾਰ ਸੁਤਾਰਾ ਲੋਚਨ ਰਾਣੀ, ਸਾਧ ਸੰਗਤ ਮਿਲ ਗਾਵਦੀ, ਰਾਤੀ ਜਾਏ ਸੁਣੈ ਗੁਰਬਾਣੀ, ਪਿੱਛੇ ਰਾਜਾ ਜਾਗਿਆ, ਅੱਧੀ ਰਾਤ ਨਿਖੰਡ ਵਿਹਾਣੀ, ਰਾਣੀ ਦਿਸ ਨ ਆਵਈ, ਮਨ ਵਿੱਚ ਵਰਤ ਗਈ ਹੈ ਰਾਣੀ, ਹੋਰਤ ਰਾਤੀ ਉੱਠ ਕੇ ਚੱਲਿਆ ਪਿੱਛੇ ਤਰਲ ਜੁਆਣੀ, ਰਾਣੀ ਪਹੁਤੀ ਸੰਗਤੀ, ਰਾਜੇ ਖੜੀ ਖੜਾਓ ਨਿਸ਼ਾਨੀ, ਸਾਧ ਸੰਗਤ ਆਰਾਧਿਆ, ਜੋੜੀ ਜੁੜੀ ਖੜਾਓ ਪ੍ਰਾਣੀ, ਸਾਧ ਸੰਗਤ ਆਰਾਧਿਆ, ਜੋੜੀ ਜੁੜੀ ਖੜਾਓ ਪੁਰਾਣੀ, ਰਾਜੇ ਡਿਠਾ ਚਲਤ ਇਹੋ, ਇਹ ਖੜਾਵ ਹੈ ਚੋਜ ਵਿਡਾਣੀ, ਸਾਧ ਸੰਗਤ ਬਿਟਹੋ ਕੁਰਬਾਣੀ, ਸਾਧ ਸੰਗਤ ਬਿਟਹੋ ਕੁਰਬਾਣੀ। ਰਾਜੇ ਨੇ ਬੜੀ ਛੇਤੀ ਹੁਣ ਰਾਣੀ ਨੂੰ ਪਾਸ ਬੁਲਾਇਆ ਤੇ ਸਾਰੀ ਗੱਲ ਪੁੱਛੀ। ਰਾਣੀ ਨੇ ਦੱਸਿਆ ਕਿ ਮੈਂ ਤਾਂ ਕਈ ਚਿਰ ਤੋਂ ਰੋਜ਼ ਜਾਂਦੀ ਹਾਂ ਤੇ ਸਿਮਰਨ ਭਜਨ ਦਾ ਆਨੰਦ ਮਾਣਦੀ ਹਾਂ, ਕਿਉਂਕਿ ਚੁੱਪਚਾਪ ਤੇ ਰਾਤ ਦੇ ਸਮੇਂ ਵਿੱਚ ਬਿਰਤੀ ਕਿਸੇ ਹੋਰ ਪਾਸੇ ਨਹੀਂ ਜਾਂਦੀ। ਇਸ ਲਈ ਪ੍ਰਭੂ ਦੇ ਭਗਤ ਤੇ ਅਸਲੀ ਸੰਤ ਇਕਾਂਤ ਵੇਲੇ ਹੀ ਸਤ ਸੰਗ ਵਿੱਚ ਜੁੜਿਆ ਕਰਦੇ ਹਨ, ਤੇ ਉਸ ਵੇਲੇ ਅਜਿਹੀ ਬਿਰਤੀ ਵਾਲੇ ਹੀ ਲੋਕ ਇਸ ਸਤਸੰਗ ਵਿੱਚ ਪੁੱਜਿਆ ਕਰਦੇ ਸਨ। ਇਸ ਅਦਭੁਤ ਕੌਤਕ ਨੇ ਰਾਜੇ ਦਾ ਮਨ ਹੋਰ ਵੀ ਫੇਰ ਦਿੱਤਾ। ਉਹ ਪ੍ਰਭੂ ਦੀ ਸਾਧ ਸੰਗਤ ਤੋਂ ਬਲਹਾਰ ਹੋ ਗਿਆ ਤੇ ਉਹ ਵੀ ਰਾਣੀ ਦੇ ਨਾਲ ਹੁਣ ਸਾਧ ਸੰਗਤ ਵਿੱਚ ਜਾਣ ਲੱਗ ਪਿਆ। ਸੋ ਸਾਧ ਸੰਗਤ ਜੀ, ਇਹ ਸੀ ਤਾਰਾ ਰਾਣੀ ਜੀ ਦੀ ਸਾਖੀ, ਜੋ ਆਪ ਸੰਗਤ ਦੇ ਨਾਲ ਸਾਂਝੀ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਹਾਰ ਪਿਤਾ ਹਨ, ਬਖਸ਼ ਲੈਣ। ਆਪ ਸਾਧ ਸੰਗਤ ਜੀ ਬਖਸ਼ਣਹਾਰ ਹੋ, ਬਖਸ਼ ਲੈਣਾ। ਭੁੱਲਾਂ ਨਾ ਚਿਤਾਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।